ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੈਠਕ 'ਚ ਹਾਜ਼ਰੀਨ, ਆਪ ਸਭ ਦਾ ਸਵਾਗਤ ਹੈ। ਸਮਾਂ ਦੇਣ ਲਈ ਬਹੁਤ ਧੰਨਵਾਦ। ਆਪਾਂ 27 ਅੰਕ ਤੱਕ ਆਨੰਦ ਬਾਣੀ ਦਾ ਪਾਠ ਲੈਸਨ ਸਿੱਖਿਆ ਲੈ ਚੁੱਕੇ ਹਾਂ। ਅੱਜ 28 ਅੰਕ ਤੋਂ ਆਪਾਂ ਸ਼ੁਰੂਆਤ ਕਰਨੀ ਹੈ। ਲੜੀ ਜੋੜਨ ਵਾਸਤੇ ਮੈਂ ਪਿਛਲਾ ਪਾਠ ਥੋੜਾ ਜਿਹਾ ਵਿਚਾਰਨਾ ਚਾਹੂੰਗਾ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ। ਸਿਮਰਤ ਸ਼ਾਸਤਰ ਨੂੰ ਵਿਚਾਰਨ ਵਾਲੇ ਜਾਂ ਉਸ ਸਿਮਰਤ ਸ਼ਾਸਤਰਾਂ ਦੀ ਜਿਹੜੀ ਮੁੱਖ ਤਵੱਜੋ ਉਸ ਸਮੇਂ ਤੇ ਰਹੀ ਹੈ, ਉਹ ਬਹੁਤਾ ਕਰਕੇ ਇਹ ਹੀ ਰਹੀ ਹੈ। ਨਾਮ ਦੀ ਗੱਲ ਕੀਤੀ ਗਈ ਹੈ, ਲੇਕਿਨ ਉਹਨਾਂ ਨੇ ਪਾਪ ਪੁੰਨ ਦੀ ਬੜੀ ਵਿਚਾਰ ਕੀਤੀ ਹੈ। ਪੁੰਨ ਕਰੋਗੇ ਸਵਰਗਾਂ ਨੂੰ ਜਾਓਗੇ, ਪਾਪ ਕਰੋਗੇ ਨਰਕਾਂ ਨੂੰ ਜਾਓਗੇ। ਕਥਾ ਕਹਾਣੀਆਂ ਇਹਦੇ ਤੇ ਬਹੁਤ ਮਿਲਦੀਆਂ ਨੇ। ਸਨਾਤਨ ਮਤ ਦੇ ਵਿੱਚ ਸਾਡੇ ਵਾਲਿਆਂ ਨੇ ਵੀ ਕਸਰ ਨਹੀਂ ਛੱਡੀ। ਕਹਿੰਦੇ ਤਤੈ ਸਾਰ ਨਾ ਜਾਣੀ, ਗੁਰੂ ਬਾਝੋ ਤਤੈ ਸਾਰ ਨਾ ਜਾਣੀ। ਗੁਰੂ ਬਾਝੋ ਗੁਰ ਮੰਤਰ ਦਾ ਅੱਧਾ ਹਿੱਸਾ ਭੇਦ ਸਾਨੂੰ ਦੱਸ ਗਏ ਹੈ। ਤਤ ਦੀ ਸਾਰ ਨਾਮ ਤੋਂ ਬਿਨਾ ਨਹੀਂ ਪਾਈ ਜਾ ਸਕਦੀ, ਸ਼ਬਦ ਤੋਂ ਬਿਨਾ ਨਹੀਂ ਪਾਈ ਜਾ ਸਕਦੀ, ਗੁਰੂ ਤੋਂ ਬਿਨਾ ਨਹੀਂ ਪਾਈ ਜਾ ਸਕਦੀ। ਗੁਰਬਾਣੀ ਗੁਰੂ ਹੈ, ਲੇਕਿਨ ਇਹ ਗੁਰਬਾਣੀ ਵੀ ਸਾਨੂੰ ਕਿਸੇ ਇੱਕ ਵੱਲ ਇਸ਼ਾਰਾ ਕਰੇਗੀ। ਜਿਸ ਤਰ੍ਹਾਂ ਗੁਰੂ ਨਾਨਕ ਨੇ ਇਸ਼ਾਰਾ ਕੀਤਾ ਆਪਣੇ ਵੱਲ ਨਹੀਂ ਵੀ ਮੈਂ ਗੁਰੂ ਹਾਂ। ਗੁਰੂ ਨਾਨਕ ਨੇ ਕਿਹਾ ਇੱਕ ਗੁਰੂ ਹੈ, ਉਹਦੀ ਬੰਦਗੀ ਕਰੋ, ਉਸ ਦੀ ਇਬਾਦਤ ਕਰੋ। ਇਸੇ ਤਰ੍ਹਾਂ ਗੁਰਬਾਣੀ ਗੁਰੂ ਸਾਨੂੰ ਗਿਆਨ ਦੇਗੀ, ਔਰ ਗਿਆਨ ਦੇ ਕੇ ਇੱਕ ਗੱਲ ਸਾਨੂੰ ਦ੍ਰਿੜਾਏਗੀ ਵੀ ਭਾਈ ਭਜ ਮਨ ਮੇਰੇ ਏਕੋ ਨਾਮ, ਜੀ ਤੇਰੇ ਕੈ ਆਵੈ ਕਾਮ। ਇਹ ਭਜਨ ਬੰਦਗੀ ਕਰਨੀ ਪੈਣੀ ਹੈ, ਸ਼ਬਦ ਨੂੰ ਜਪਣਾ ਪੈਣਾ। ਉਸ ਤੋਂ ਬਿਨਾਂ ਸਾਰ ਤਤ ਨਹੀਂ ਪਤਾ ਚੱਲ ਸਕਦਾ। ਗਿਆਨ ਭਾਵੇਂ ਬੋਰੀਆਂ ਭਰ ਕੇ ਜਿੰਨਾ ਮਰਜ਼ੀ ਇਕੱਠਾ ਕਰ ਲਓ, ਜੇਕਰ ਉਹ ਗਿਆਨ ਦਾ ਅਮਲ ਨਹੀਂ ਹੈ ਤੇ ਉਹ ਗਿਆਨ ਵੀ ਸਵਾਹ ਦੇ ਬਰਾਬਰ ਹੀ ਹੈ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਹੁਣ ਸੁੱਤਿਆਂ ਤਿੰਨਾਂ ਗੁਣਾਂ ਦੇ ਵਿੱਚ ਸੰਸਾਰ ਭਰਮ ਦਾ ਫਿਰਦਾ, ਸੁੱਤਿਆਂ ਹੀ ਸਾਰੀ ਉਮਰ ਲੰਘ ਜਾਂਦੀ ਹੈ। ਸੌਣ ਤੋਂ ਭਾਵ ਇਹ ਹੈ ਕਿ ਸੁੱਤੇ ਨਹੀਂ ਆ ਉਹ, ਐਕਚੁਅਲੀ ਉਹ ਹੈ ਮਾਇਆ ਦੇ ਕਲਾਵੇ ਵਿੱਚ ਨੇ, ਮਾਇਆ ਦੀ ਪਕੜ ਵਿੱਚ ਨੇ। ਉਹਨਾਂ ਨੂੰ ਕਿਹਾ ਸੁੱਤੇ ਪਏ ਨੇ। ਗੁਰ ਕਿਰਪਾ ਤੇ ਸੇ ਜਨ ਜਾਗੇ, ਗੁਰੂ ਦੀ ਕਿਰਪਾ ਦੇ ਸਦਕਾ। ਆਪਣੀ ਤਾਕਤ ਕੋਈ ਨਹੀਂ ਹੈ, ਆਪਣਾ ਬਲ ਜਿਹੜਾ ਹਾਰਨਾ ਪੈਣਾ। ਗੁਰੂ ਦੀ ਕਿਰਪਾ ਦੇ ਸਦਕਾ ਜਿਨ੍ਹਾਂ ਨੇ ਅੰਦਰ ਪ੍ਰਗਟ ਕਰ ਲਿਆ, ਇਹ ਨਹੀਂ ਵੀ ਹਰ ਮਨ ਵਸਿਆ, ਵੀ ਜਿਨ੍ਹਾਂ ਦੇ ਅੰਦਰ ਆ ਕੇ ਵਸਿਆ। ਉਹਨੇ ਬਾਹਰੋਂ ਨਹੀਂ ਕਿਤੇ ਆ ਕੇ ਵਸਣਾ, ਉਹ ਅੰਦਰ ਹੀ ਹੈ, ਉਹਨੂੰ ਪ੍ਰਗਟ ਕਰਨਾ ਬਸ। ਜਿਨ੍ਹਾਂ ਹਰ ਮਨ ਵਸਿਆ ਕਿੱਦਾਂ ਪ੍ਰਗਟ ਕਰਨਗੇ? ਬੋਲੇ ਅੰਮ੍ਰਿਤ ਬਾਣੀ। ਅੰਮ੍ਰਿਤ ਬਾਣੀ ਤੋਂ ਭਾਵ ਹੈ ਹੀ ਬਚਨ ਹੈ, ਸ਼ਬਦ ਹੈ, ਨਾਮ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ।
Repetition of नाम is अमृत बाणी। कहते मैं की करदा, कहे नानक मैं भी उस अमृत बाणी नूं, उस बचन नूं, उस शब्द गुरु नूं ध्या रहे, जप रहे, इबादत कर रहे हैं। सो तत् पाए जिसनों अन दिन हर लिव लागै। तत् वस्तु ਉਹੀ ਪਾਏਗਾ ਜੋ ਮਿਹਨਤ ਕਰਕੇ ਉਸ ਅਕਾਲ ਪੁਰਖ ਦੀ ਲਿਵ ਦੇ ਵਿੱਚ ਪਹੁੰਚੇਗਾ। ਧਿਆਨ ਦੇ ਵਿੱਚ ਜਿਹਦੇ ਉਸ ਇੱਕ ਦਾ ਫੋਕਸ ਹੋਏਗਾ, ਉਸ ਇੱਕ ਤੇ ਜਿਹਦੀ ਟੇਕ ਹੋਏਗੀ, ਅਦਰਵਾਈਜ਼ ਗੱਲ ਨਹੀਂ ਬਣਨੀ। ਫੇਰ ਹੈ ਜੇ ਇੱਕ ਤੇ ਟੇਕ ਰੱਖਾਂਗੇ, ਜਾਗਤ ਰਹਿਣ ਵਿਹਾਣੀ, ਮਾਇਆ ਦੀ ਪਕੜ ਦੇ ਵਿੱਚੋਂ ਸਾਡਾ ਸਾਰਾ ਜਿਹੜਾ ਛੁਟਕਾਰਾ ਹੋ ਜਾਏਗਾ ਔਰ ਅਸੀਂ ਜਾਗਦੇ ਆਪਣਾ ਜਿਹੜਾ ਜੀਵਨ ਜੀਵਾਂਗੇ, ਪ੍ਰਭੂ ਦੀ ਰਜ਼ਾ ਦੇ ਵਿੱਚ, ਉਹਦੇ ਭਾਣੇ ਦੇ ਵਿੱਚ, ਉਹਦੇ ਪ੍ਰਕਾਸ਼ ਦੇ ਵਿੱਚ, ਗੁਰਪ੍ਰਸਾਦ ਦੇ ਵਿੱਚ। ਇਸ ਤੋਂ ਅੱਗੇ ਸ਼ੁਰੂ ਕਰੀਏ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ। ਬੜਾ ਸਪਸ਼ਟ ਹੈ, ਬੜਾ ਸਰਲ ਲੱਗ ਰਿਹਾ ਹੈ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ। ਹੁਣ ਇਹ ਪ੍ਰਤਪਾਲ ਦਾ ਜਿਹੜਾ ਲਫ਼ਜ਼ ਹੈ, ਇਹ ਬੜਾ ਵੱਡਾ ਲਫ਼ਜ਼ ਹੈ। ਇਹ ਠੀਕ ਹੈ, ਇਹਦਾ ਮਤਲਬ ਹੈ ਕਿ ਪਾਲਣਾ ਕਰਨੀ, ਡਿਕਸ਼ਨਰੀ ਮੀਨਿੰਗ ਹੈ ਪਾਲਣਾ ਕਰਨੀ, ਲੇਕਿਨ ਪਾਲਣਾ ਕਿਸ ਤਰ੍ਹਾਂ ਕਰਨੀ ਹੈ? ਕਿ ਇੱਕ ਬੱਚਾ ਜੰਮ ਕੇ ਮਾਂ ਛੱਡ ਦੇ ਤੇ ਅਕਾਲ ਪੁਰਖ ਉਹਨੂੰ ਦੁੱਧ ਪਿਆਏਗਾ, ਕਿ ਅਕਾਲ ਪੁਰਖ ਉਹਨੂੰ ਲੋਰੀਆਂ ਸੁਣਾਏਗਾ, ਕਿ ਅਕਾਲ ਪੁਰਖ ਉਹਨੂੰ ਸਵਾਏਗਾ। ਇਹ ਸਿਰਫ ਸਮਝਣ ਵਾਸਤੇ ਦੇਖੋ ਲਫ਼ਜ਼ ਆਪਾਂ ਦੇਖਣੇ ਸਮਝਣ ਵਾਸਤੇ, ਪਰ ਇਹ ਸਿਰਫ ਇਹਨੂੰ ਕਹਿ ਦੇਣਾ ਕਿ ਪਾਲਣਾ ਕਰਦਾ ਹੈ, ਉਹਦੇ ਨਾਲ ਗੱਲ ਨਹੀਂ ਬਣਨੀ। ਇਹਦੀ ਡੂੰਘਾਈ ਤੱਕ ਆਪਾਂ ਜਾਣਾ ਕਿ ਪ੍ਰਤਪਾਲਣਾ ਕਿਸ ਤਰ੍ਹਾਂ ਹੈ। ਤੇਰੀ ਸ਼ਰਨ ਪੂਰਨ ਦਿਆਲਾ, ਤੁਝ ਬਿਨ ਕਵਨ ਕਰੇ ਪ੍ਰਤਪਾਲਾ। ਰਹਾਓ, ਪ੍ਰਤਪਾਲਣਾ ਕਿਸ ਤਰ੍ਹਾਂ ਹੋਏਗੀ? ਇਹ ਇੱਕ ਸ਼ਬਦ ਹੈ ਮਹੱਲੇ 5ਵੇਂ ਦਾ। ਤੇਰੀ ਸ਼ਰਨ ਪੂਰਨ ਦਿਆਲਾ, ਤੁਝ ਬਿਨ ਕਵਨ ਕਰੇ ਪ੍ਰਤਪਾਲਾ। ਹੁਣ ਉਹ ਪ੍ਰਤਪਾਲ ਕਿਸ ਤਰ੍ਹਾਂ ਕਰਨਗੇ, ਸਾਡੇ ਵਾਸਤੇ ਕੀ ਸੰਜਮ ਹੋਣਗੇ, ਸਾਡੇ ਵਾਸਤੇ ਕੀ ਕੰਡੀਸ਼ਨ ਹੋਏਗੀ, ਸਾਡੇ ਵਾਸਤੇ ਕੀ ਕੋਡ ਆਫ ਕੰਡਕਟ ਹੋਏਗਾ, ਇਹ ਉਹ ਦੱਸ ਰਹੇ ਨੇ। ਕੀਤਾ ਲੋੜ ਸੋ ਪ੍ਰਭ ਹੋਏ, ਤੁਝ ਬਿਨ ਦੂਜਾ ਨਾ ਹੀ ਕੋਈ। ਸਾਨੂੰ ਆਪ ਇਹ ਸਮਝਣਾ ਪਊ। ਜੋ ਜਨ ਸੇਵੇ ਤਿਸ ਪੂਰਨ ਕਾਜ, ਦਾਸ ਆਪਣੇ ਕੀ ਰਾਖੋ ਲਾਜ। ਕੰਪਲੀਟਲੀ ਸਰੈਂਡਰ ਕਰਨਾ ਪਊ ਅਕਾਲ ਪੁਰਖ ਦੇ ਅੱਗੇ, ਪਰਮਾਤਮਾ ਦੇ ਅੱਗੇ। ਕਿਸ ਤਰ੍ਹਾਂ? ਉਹਦੀ ਰਜ਼ਾ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ। ਇੱਥੇ ਦੇਖਿਆ ਅਸੀਂ ਸਾਹਮਣੇ ਵਰਤਾਰੇ ਹੁੰਦੇ ਦੇਖੇ ਨੇ। ਕਿਸੇ ਨੂੰ ਕੋਈ ਰੋਗ ਲੱਗ ਗਿਆ, ਲੰਮਾ ਚਲਾ ਗਿਆ, ਸਾਲ 2 ਸਾਲ, ਅਗਲੇ ਦਾ ਰੱਬ ਤੋਂ ਭਰੋਸਾ ਹੀ ਉੱਠ ਜਾਂਦਾ। ਮੈਂ ਪਹਿਲਾਂ ਗੱਲ ਦੱਸ ਚੁੱਕਿਆ, ਬਿਲੀਵ ਕਰਨਾ ਔਰ ਟਰਸਟ ਕਰਨਾ, ਇਹ ਬੜਾ ਫਰਕ ਹੈ ਇਹਨਾਂ ਦੋਨਾਂ ਦੇ ਵਿੱਚ। ਵਿਸ਼ਵਾਸ ਔਰ ਭਰੋਸੇ ਦੇ ਵਿੱਚ ਬੜਾ ਫਰਕ ਹੈ। ਵਿਸ਼ਵਾਸ ਕਰਦੇ ਹੈ, ਲੇਕਿਨ ਉਹ ਇੰਨਾ ਦ੍ਰਿੜ ਨਹੀਂ ਹੁੰਦਾ ਕਿ ਦੇਖੀ ਜਾਓ ਵੀ ਹਾਂ ਇਹ ਉਹਦਾ ਭਾਣਾ ਹੀ ਹੈ, ਇਹ ਉਹਦੀ ਰਜ਼ਾ ਹੀ ਹੈ, ਅਸੀਂ ਉਹਦੀ ਰਜ਼ਾ ਦੇ ਵਿੱਚ ਰਹੀਏ। ਜੋ ਜਨ ਸੇਵੇ ਤਿਸ ਪੂਰਨ ਕਾਜ, ਦਾਸ ਆਪਣੇ ਕੀ ਰਾਖੋ ਲਾਜ। ਭਗਤੀ ਕਰਨੀ ਪਊ, ਨਾਮ ਜਪਣਾ ਪਊ। ਫੇਰ ਆ ਕੇ ਕਿਤੇ ਤੇਰੀ ਸ਼ਰਨ, ਇਸ ਤਰ੍ਹਾਂ ਉਹਦੀ ਸ਼ਰਨ ਦੇ ਵਿੱਚ ਆਪਣੀ ਤਾਕਤ ਹਾਰ ਕੇ, ਬੇਨਤੀ ਰੂਪ ਹੋ ਕੇ, ਸਰੈਂਡਰ ਕਰਕੇ, ਜਦੋਂ ਸਰੈਂਡਰ ਕਰ ਦਿੱਤਾ, ਕੀਤਾ ਲੋੜੇ ਸੋ ਪ੍ਰਭ ਹੋਏ। ਜੋ ਪਰਮਾਤਮਾ ਤੂੰ ਕਰਨਾ ਚਾਹੁੰਦਾ ਹੈ ਉਹੀ ਜਗਤ ਵਿੱਚ ਹੋਏਗਾ, ਉਹੀ ਮੇਰੇ ਨਾਲ ਹੋਏਗਾ। ਤੁਝ ਬਿਨ ਦੂਜਾ ਨਾ ਹੀ ਕੋਈ, ਕਿਉਂਕਿ ਦੂਸਰਾ ਕੋਈ ਹੈ ਹੀ ਨਹੀਂ ਹੈ। ਇਹ ਹੁੰਦੀ ਹੈ ਪ੍ਰਤਪਾਲਣਾ, ਇਸ ਤਰ੍ਹਾਂ ਹੋਏਗੀ। ਫਿਰ ਜਤ ਕਤ ਦੇਖੋ ਤੁਮ ਪ੍ਰਤਪਾਲ, ਐਸੇ ਰਾਖਨ ਹਾਰ ਦਿਆਲ। ਹੁਣ ਇੱਥੇ ਕੀ ਆਇਆ? ਇੱਥੇ ਆਇਆ ਦਾਵਾ ਅਗਨ ਰਹੇ ਹਰ ਬੂਟ। ਸ਼ਬਦ ਇੱਥੋਂ ਸ਼ੁਰੂ ਹੁੰਦਾ। ਮਾਤ ਗਰਭ ਸੰਕਟ ਤੇ ਛੂਟ, ਜਾ ਕਾ ਨਾਮ ਸਿਮਰਤ ਭਉ ਜਾਏ।
तैसे संत जना राखै हर राय। ਅਸੀਂ ਜੇ ਚਾਹੁੰਦੇ ਹਾਂ ਅਕਾਲ ਪੁਰਖ ਸਾਡੀ ਪ੍ਰਤਿਪਾਲਨਾ ਕਰੇ, ਪ੍ਰਤਿਪਾਲਨਾ ਤੇ ਹੋ ਰਹੀ ਹੈ। ਰੱਬ ਨੂੰ ਭਾਵੇਂ ਨਾ ਵੀ ਮੰਨੋ, ਤੁਸੀਂ ਕੁਦਰਤ ਦੇ ਵਿੱਚ ਰਹਿ ਰਹੇ ਹੋ, ਕਿਰਤ ਕਰ ਰਹੇ ਹੋ, ਆਪਣਾ ਟੱਬਰ ਪਾਲ ਰਹੇ ਹੋ, ਦੈਟਸ ਇਟ। ਇੱਕ ਨਾਸਤਿਕ ਦਾ ਜੀਵਨ ਵੀ ਇਸ ਤਰ੍ਹਾਂ ਵੀ ਉਹ ਰੱਬ 'ਚ ਭਰੋਸਾ ਨਹੀਂ ਹੈ, ਪ੍ਰਤਿਪਾਲਨਾ ਤੇ ਉਹਦੀ ਵੀ ਹੈ। ਸੂਰਜ ਨਿਕਲਦਾ, ਜਿਹੜੀ ਕਿਰਨ ਹੈ ਸੂਰਜ ਦੀ, ਇੰਨੀ ਸਵੇਰੇ ਸੁੰਦਰ ਧੁੱਪ ਹੁੰਦੀ ਹੈ, ਉਹ ਸੋਹਣੇ ਫਲ ਬੂਟਿਆਂ ਤੇ ਵੀ ਉਸ ਤਰ੍ਹਾਂ ਦੀ ਪੈਂਦੀ ਹੈ, ਰੂੜੀ ਦੇ ਢੇਰ ਤੇ ਵੀ ਉਦਾਂ ਦੀ ਪੈਣੀ। ਪ੍ਰਤਿਪਾਲਨਾ ਤੇ ਇੱਕ ਪ੍ਰੋਸੈਸ ਕੁਦਰਤ ਦਾ ਹੈ, ਭਾਣੇ ਦਾ ਹੈ, ਅਕਾਲ ਪੁਰਖ ਦਾ ਹੈ, ਉਹ ਚੱਲੇਗਾ। ਪਰ ਫਿਰ ਭਗਤੀ ਕਰਨ ਵਾਲਿਆਂ ਨੂੰ, ਇਬਾਦਤ ਕਰਨ ਵਾਲਿਆਂ ਨੂੰ ਕੀ ਫਰਕ ਪਏਗਾ? ਫਰਕ ਇਹ ਪਏਗਾ ਜਿਹੜਾ ਅੱਗੇ ਲਿਖਿਆ ਹੈ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ। ਅੱਗੇ ਦੇਖੋ, ਸੋ ਕਿਉਂ ਮਨੋ ਵਿਸਾਰੀ ਹੈ। ਪ੍ਰਤਪਾਲਨਾ ਕਿਸ ਤਰ੍ਹਾਂ ਕਰੇਗਾ? ਉਹਨਾਂ ਤੇ ਗੁਰ ਪ੍ਰਸਾਦ ਹੋਏਗਾ, ਉਹ ਦਿਨ ਰਾਤੀ ਆਰਾਧੋ ਪਿਆਰੋ। ਉਹਨਾਂ ਨੂੰ ਐਸੀ ਕਿਰਪਾ ਹੋਏਗੀ, ਉਹ ਨਾਮ ਹੀ ਨਹੀਂ ਵਿਸਾਰਨਗੇ। ਇੱਥੇ ਉਪਦੇਸ਼ ਹੈ ਕਿ ਜਿਹੜਾ ਇੰਨੀ ਪ੍ਰਤਪਾਲਨਾ ਕਰਦਾ ਹੈ ਅਕਾਲ ਪੁਰਖ, ਮਾਤਾ ਦੇ ਉਦਰ ਵਿੱਚ, ਇੰਨੀ ਅੱਗ ਦੇ ਵਿੱਚ, ਉਸ ਵੋਂਬ ਦੇ ਵਿੱਚ, ਫਿਰ ਉਹਦੇ ਆਲੇ ਦੁਆਲੇ ਪਾਣੀ ਹੁੰਦਾ ਜਿੱਥੋਂ ਕੋਈ ਹਵਾ ਨਹੀਂ ਜਾ ਸਕਦੀ, ਉਹਦੇ ਵਿੱਚ ਉਹ ਅਕਾਲ ਪੁਰਖ ਵਰਤ ਕੇ ਮਾਤਾ ਦੇ ਸਰੀਰ ਰਾਹੀਂ ਉਹ ਬੱਚੇ ਦੀ ਪਾਲਣਾ ਕਰਦਾ। ਇੱਕ ਅੰਗੂਠੇ ਦੇ 9 ਜਿੰਨੇ ਦੇ ਸਾਈਜ਼ ਤੋਂ ਉਹ ਬੱਚਾ ਕਿੰਨੇ ਵੱਡੇ ਸਾਈਜ਼ ਦਾ ਹੋ ਜਾਂਦਾ। ਉਹਦੇ ਹੱਥ ਪੈਰ ਉਸੇ ਤਰ੍ਹਾਂ ਜਿਸ ਤਰ੍ਹਾਂ ਉਹਦੇ ਮਾਪਿਓ ਹੁੰਦੇ ਹੈ, ਕੱਲਾ ਕੱਲਾ ਅੰਗ ਉਹਦਾ ਵਿਕਸਿਤ ਹੁੰਦਾ। ਇਸ ਚੀਜ਼ ਨੂੰ ਕੁਝ ਸਮਝ ਕੇ ਦਿਖਾ ਲੈ। ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀ ਹੈ, ਏਵਡ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਉੱਥੇ ਤੱਕ ਉਹ ਆਹਾਰ ਉਸ ਜੀਵ ਨੂੰ ਦਿੰਦਾ ਹੈ, ਉਸ ਸਰੀਰ ਨੂੰ ਦਿੰਦਾ ਹੈ, ਇੰਨੀ ਅੱਗ ਦੇ ਵਿੱਚ। ਤੇ 4 ਚੁਫੇਰੇ ਤੋਂ ਬੰਦ ਹੈ ਬਿਲਕੁਲ ਉਸ ਸਰੀਰ ਦੇ ਵਿੱਚ, ਉਹ ਆਹਾਰ ਪਹੁੰਚਾਉਂਦਾ ਹੈ। ਉਸ ਨੂੰ ਕਿਉ ਪੋਏ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ। ਉਸ ਮਨੁੱਖ ਨੂੰ ਕੁਛ ਪੋ ਨਹੀਂ ਸਕਦਾ ਜਿਸ ਨੂੰ ਪ੍ਰਭੂ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਦਾ ਹੈ। ਇਹ ਚਰਨਾਂ ਦੀ ਪ੍ਰੀਤ ਨਹੀਂ ਹੈ, ਇੱਥੇ ਆਪਣੀ ਲਿਵ ਲਾਵੇ, ਆਖ ਆਖ ਰਹੇ ਲਿਵ ਲਾਏ। ਕਿਉਂਕਿ ਉਸ ਵੇਲੇ ਉਸ ਜੀਵ ਦਾ ਸੰਬੰਧ ਕੇਵਲ ਤੇ ਕੇਵਲ ਪਰਮਾਤਮਾ ਨਾਲ ਹੁੰਦਾ ਹੈ। ਕੇਵਲ ਤੇ ਕੇਵਲ ਪਰਮਾਤਮਾ ਨਾਲ ਹੁੰਦਾ, ਉਹਨੂੰ ਸਿਰਫ ਪਰਮਾਤਮਾ ਦਾ ਪਤਾ ਹੁੰਦਾ। ਇਹਦੇ ਅੱਗੇ ਆਪਾਂ ਚੱਲਦੇ ਹਾਂ, ਅਗਲੀ ਵਿਚਾਰ ਆਪਾਂ ਕਰਾਂਗੇ। ਹਲੇ ਇੰਨਾ ਕੀ ਆਪਾਂ ਇਹਨੂੰ ਲੈ ਕੇ ਚੱਲਦੇ ਹਾਂ। ਸੋ ਇਹ ਹੈ ਪ੍ਰਤਪਾਲਨਾ, ਮਾਤ ਗਰਭ ਸੰਕਟ ਤੇ ਛੂਟ। ਜਾਕਾ ਨਾਮ ਸਿਮਰਤ ਭਉ ਜਾਏ, ਤੈਸੇ ਸੰਤ ਜਨਾ ਰਾਖੈ ਹਰ ਰਾਏ। ਐਸੇ ਰਾਖਨ ਹਾਰ ਦਿਆਲ, ਜਤ ਕਤ ਦੇਖੋ ਤੁਮ ਪ੍ਰਤਪਾਲ। ਹੁਣ ਇਹ ਇੱਕ ਇੱਕ ਚੀਜ਼ ਨੂੰ, ਇੱਕ ਇੱਕ ਲਫ਼ਜ਼ ਨੂੰ ਆਪਾਂ ਸਮਝ ਕੇ ਜਾਣਾ। ਪਿਛਲਾ ਆਪਾਂ ਬੜੇ ਡੀਟੇਲ ਦੇ ਵਿੱਚ ਵਿਚਾਰਦੇ ਆਏ ਹਾਂ। ਹੁਣ ਆਪਾਂ ਸਿਰਫ ਲਫ਼ਜ਼ਾਂ ਤੇ ਧਿਆਨ ਦੇਣਾ ਕਿ ਪ੍ਰਤਪਾਲਨਾ ਕੀ ਹੈ, ਕਿਸ ਤਰ੍ਹਾਂ ਉਹ ਸਾਨੂੰ ਪ੍ਰਤਪਾਲੇਗਾ। ਦੁਨੀਆ ਦੇ ਵਿੱਚ ਸਾਰਿਆਂ ਦੀ ਪ੍ਰਤਪਾਲਨਾ ਹੋ ਰਹੀ ਹੈ। ਜੰਗਲਾਂ 'ਚ ਕੁੱਤਿਆਂ ਬਿੱਲਿਆਂ ਦੀ ਪਾਲਣਾ ਹੋਈ ਜਾਂਦੀ ਹੈ, ਚਿੜੀਆਂ ਤੋਤਿਆਂ ਦੀ ਪ੍ਰਤਪਾਲਨਾ ਹੋਈ ਜਾਂਦੀ ਹੈ। ਪਰ ਸਾਨੂੰ ਫਿਰ ਕੀ ਫਰਕ ਆ? ਜਿਹੜੀ ਸਾਡੀ ਪ੍ਰਤਪਾਲਨਾ ਉਹਨੇ ਕਰਨੀ ਆ, ਉਹਦੇ 'ਚ ਕੀ ਫਰਕ ਆ? ਪ੍ਰਤਪਾਲਨਾ ਅਕਾਲ ਪੁਰਖ ਕਿਰਪਾ ਦੀ ਦ੍ਰਿਸ਼ਟੀ ਬਖਸ਼ ਕੇ ਉਸ ਜੀਵ ਦੇ ਮੂੰਹ ਵਿੱਚ, ਉਸ ਜੀਵ ਦੀ ਰਸਨਾ ਦੇ ਵਿੱਚ ਇੰਨੀ
ਤਾਕਤ ਭਰ ਦਿੰਦਾ ਹੈ ਕਿ ਉਹ ਅਕਾਲ ਪੁਰਖ ਦਾ ਸ਼ਬਦ ਉਚਾਰਨ ਜੋਗੀ ਹੋ ਜਾਂਦੀ ਹੈ। ਇਹ ਹੈ ਪ੍ਰਤਪਾਲਨਾ। ਭਗਤੀ ਬਖਸ਼ ਦਿੰਦਾ ਹੈ, ਅਸੀਸ ਬਖਸ਼ ਦਿੰਦਾ ਹੈ। ਉਹ ਜੀਵ ਭਗਤੀ ਕਰਦਾ। ਲੇਕਿਨ ਜਿਸ ਵੇਲੇ ਇਹ ਐਗਜ਼ਾਮਪਲ ਲਈ ਗਈ ਹੈ, ਇੱਥੇ ਸਿੰਬਲ ਹੀ ਲਈ ਗਈ ਹੈ, ਜਿਸ ਵੇਲੇ ਜੀਵ ਮਾਤਾ ਦੇ ਉਦਰ ਚ ਹੈ, ਇੰਨੀ ਅੱਗ ਚ ਹੈ, ਉੱਥੇ ਵੀ ਉਹ ਆਹਾਰ ਉਹਨੂੰ ਦੇ ਰਿਹਾ ਹੈ। ਇੰਨੇ ਵੱਡੇ ਦਾਤੇ ਨੂੰ ਕਿਉਂ ਵਿਸਾਰੀਏ? ਇਹ ਇੱਕ ਲਗਨ ਲਾਉਣ ਵਾਸਤੇ ਹੈ। ਇਹ ਗਿਆਨ ਜਿਹੜਾ ਇੱਕ ਤੁਹਾਡੇ ਅੰਦਰ ਇੱਕ ਮੱਚ ਭਰਨ ਵਾਸਤੇ ਹੈ ਕਿ ਇੰਨੇ ਵੱਡੇ ਦਾਤੇ ਨੂੰ ਕਿਉਂ ਵਿਸਾਰਿਆ ਜਾਏ। ਇੱਕ ਸੇਧ ਮਿਲਦੀ ਹੈ ਸਾਨੂੰ, ਉਸ ਨੂੰ ਕਿਉਂ ਪੋਇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਏ। ਜਿਹਦੀ ਲਿਵ ਲੱਗ ਗਈ ਉਹਨੂੰ ਮਾਇਆ ਕੀ ਵਿਗਾੜ ਲੇਗੀ ਉਹਦਾ? ਹਾਂ, ਇਹ ਨਹੀਂ ਹੈ ਵੀ ਉਹਦੇ ਕੋਈ ਗੋਲੀ ਮਾਰੇ, ਉਹਦੇ ਗੋਲੀ ਨਹੀਂ ਵੱਜੇਗੀ, ਉਹਨੂੰ ਕਿਤੇ ਅੱਗ 'ਚ ਸਿੱਟ ਦਿਓ ਤੇ ਉਹ ਅੱਗ ਉੱਤੇ ਅਸਰ ਨਹੀਂ ਕਰੇਗੀ। ਇਹ ਨਹੀਂ ਹੈ ਕਿ ਉਹਨੂੰ ਪਾਣੀ 'ਚ ਸਿੱਟ ਦਿਓ ਤੇ ਉਹ ਡੁੱਬੇਗਾ ਨਹੀਂ ਹੈ। ਇਹ ਤਾਂ ਬੜੀ ਛੋਟੀਆਂ ਜਿਹੀਆਂ ਗੱਲਾਂ ਨੇ। ਮਾਇਆ ਨਹੀਂ ਉਹਦਾ ਕੁਝ ਵਿਗਾੜ ਸਕੇਗੀ। ਉਹ ਮਾਇਆ ਦੀ ਪਕੜ ਚੋਂ ਬਾਹਰ ਆ ਜਾਏਗਾ ਜਿਹੜਾ ਨਾਮ ਦੇ ਵਿੱਚ ਲਿਵ ਲਾ ਚੁੱਕਾ ਹੋਵੇਗਾ। ਆਪਣੀ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀ ਹੈ। ਗੁਰਮੁਖ ਸਿਸਟਮ ਦੇ ਅੰਦਰ ਰਹਿ ਕੇ ਇੱਕ ਦੀ ਇਬਾਦਤ, ਇੱਕ ਤੇ ਭਰੋਸਾ, ਇੱਕ ਤੋਂ ਦੀਖਿਆ ਤੇ ਇੱਕ ਨੂੰ ਹੀ ਧਿਆਉਣਾ, ਜਪਣਾ। ਇਹ ਗੁਰਮੁਖ ਸਿਸਟਮ ਅਸੀਂ ਵਿਚਾਰਦੇ ਆ ਰਹੇ ਹਾਂ। ਇੱਕ ਰੱਬ ਨੂੰ ਮੰਨਣਾ, ਇੱਕ ਰੱਬ ਵਿੱਚ ਭਰੋਸਾ, ਇੱਕ ਰੱਬ ਤੋਂ ਦੀਖਿਤ ਹੋਣਾ, ਇੱਕ ਰੱਬ ਦਾ, ਅਕਾਲ ਪੁਰਖ ਦਾ ਜਾਪ ਕਰਨਾ। ਆਪਣੀ ਲਈ ਵਾਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ। ਸਿਮਰ ਸਿਮਰ ਤੇ ਸਦਾ ਸੰਭਾਲੇ। ਸੰਭਾਲਣ ਦੀ ਅਵਸਥਾ ਹੈ ਜਿੱਥੇ ਜਾ ਕੇ ਸਹਿਜ, ਚੌਥੇ ਪਦ में सहज है। चौथे पद में सहज है, चौथी अवस्था है। इस संभालन का मतलब ਉਹੀ है कि सहज ਦੇ ਵਿੱਚ ਜਾ ਕੇ ਜਿੱਥੇ ਅਭਿਆਸੀ ਉਸ ਅਕਾਲ ਪੁਰਖ ਦੇ ਧਿਆਨ ਦਾ, ਉਸ ਅਕਾਲ ਪੁਰਖ ਦੀ ਲਿਵ ਦਾ ਆਨੰਦ ਮਾਣ ਰਿਹਾ। ਕਹੇ ਨਾਨਕ, ਕਹਿੰਦੇ ਮੈਂ ਵੀ ਉਸ ਦੀ ਇਬਾਦਤ ਕਰ ਰਿਹਾ। ਇਹ ਵੱਡਦਾਤਾ, ਇੰਨਾ ਵੱਡਾ ਦਾਤਾ ਕਿਉਂ ਵਿਸਾਰੀ? ਕੀ ਰੀਜ਼ਨ ਹੈ ਵੀ ਨਾ ਉਹਨੂੰ ਮੰਨੀਏ? ਕੀ ਰੀਜ਼ਨ ਹੈ ਨਾ ਉਹਦੀ ਵਿਚਾਰ ਕਰੀਏ, ਨਾ ਉਹਨੂੰ ਜਪੀਏ? ਮਹੱਲਾ ਤੀਜਾ ਕਹਿ ਰਿਹਾ ਹੈ ਕਿ ਉਹਨੂੰ ਤੇ ਇੱਕ ਪਲ ਵੀ ਨਹੀਂ ਵਿਸਾਰਨਾ ਚਾਹੀਦਾ। ਇੱਕ ਸਾਹ ਵੀ ਸਾਡਾ ਜਿਹੜਾ ਨਾਮ ਤੋਂ ਬਿਨਾ ਨਹੀਂ ਲੰਘਣਾ ਚਾਹੀਦਾ। ਜੈਸੀ ਅਗਨ, ਇੱਥੇ ਮੁੱਕਿਆ ਨੰਬਰ 28। ਹੁਣ ਅੱਗੇ ਚਲੀਏ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਉਹੀ ਜਿਹੜੀ ਅੱਗ ਦੀ ਅਸੀਂ ਗੱਲ ਕੀਤੀ ਹੈ, ਉਸੇ ਤਰ੍ਹਾਂ ਮਾਇਆ ਹੈ। ਉਸੇ ਤਰ੍ਹਾਂ ਮਾਇਆ ਦੀ ਅੱਗ ਦੇ ਵਿੱਚ ਅਸੀਂ ਘਿਰੇ ਪਏ ਹਾਂ। ਅਸੀਂ ਉਹਦੀ ਪਕੜ 'ਚ ਹਾਂ, ਅਸੀਂ ਉਹਦੀ ਜਕੜ 'ਚ ਹਾਂ। ਕੋਈ ਰਾਹ ਨਹੀਂ ਲੱਭ ਰਿਹਾ। ਨਹੀਂ ਲੱਭਦਾ ਵਾਕਿਆ ਹੀ। ਆਪਣੀ ਪੜਚੋਲ ਆਪਾਂ ਕਰ ਸਕਦੇ ਹਾਂ। ਆਪਾਂ ਕਿਸੇ ਨੂੰ ਜੱਜ ਨਹੀਂ ਕਰਨਾ। ਆਪਣੀ ਪੜਚੋਲ ਕਰਨੀ ਹੈ ਕਿ ਆਪਾਂ ਕਿੰਨਾ ਕੁ ਕਾਮ ਨੂੰ ਭੁਲਾਇਆ, ਕਿੰਨਾ ਕੁ ਉਸ ਰੋਗ ਚੋਂ ਆਪਾਂ ਬਾਹਰ ਆਏ ਹਾਂ, ਕਿੰਨਾ ਕੁ ਅਸੀਂ ਆਪਣਾ ਕ੍ਰੋਧ ਕੰਟਰੋਲ ਕੀਤਾ, ਕਿੰਨਾ ਕੁ ਅਸੀਂ ਆਪਣੇ ਲੋਭ ਨੂੰ ਮਾਰਿਆ, ਕਿੰਨਾ ਕੁ ਅਸੀਂ ਆਪਣਾ ਮੋਹ ਤਿਆਗਿਆ, ਔਰ ਕਿੰਨਾ ਕੁ ਅਸੀਂ ਹੰਕਾਰ ਦੇ ਵਿੱਚ ਗ੍ਰਸੇ ਪਏ ਹਾਂ। ਇਹ ਆਪਣੀ ਪੜਚੋਲ ਕਰਨੀ ਹੈ। ਇਹਨਾਂ ਚੀਜ਼ਾਂ ਤੋਂ ਉੱਪਰ ਚੁੱਕਣ ਵਾਸਤੇ ਹੀ ਇੰਨਾ ਵੱਡਾ ਗਿਆਨ ਲਿਖਿਆ। ਸਮਝ, ਬੂਝ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਉਸੇ ਤਰ੍ਹਾਂ ਮਾਇਆ ਨੇ ਸਾਨੂੰ ਜਕੜਿਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ।
ये अकाल पुरख दा खेल है। इसे चो सानू निकलना पऊगा। ये सानू खेल जिहड़ा उन्हें पा दिता है, सानू वो बाजी जितण दा वल भी दस दिता, बाजी जितण दा तरीका भी दस दिता है। जात इस भाना तां जम्मिया, परिवार भला पाया। उस अकाल पुरख दा भाना है, जीव जमदा है ते परिवार भला पाया, वो फिर मोह दे विच आ जांदा है। इसे तरह माया दी पकड़ च जदों असीं आ जन्ने आ, इसे तरह असीं वो जिहड़ा काम क्रोध लोभ मोह दी पकड़ दे विच भी आ जन्ने आ। उस तो निजात पाउण नूं ही जिहड़ा शब्द है, असीं उहदा अभ्यास करना कि साडा जिहड़ा फोकस है वो एक शब्द ते रवे। लिव छुड़की लगी तृष्णा, उधरों लिव छुटदी है, बच्चा जमदा है, दुनिया दे विच आउंदा है, लगी तृष्णा, माया अमर वरताया। यही उहदा खेल है भी माया दा जिहड़ा पसारा, माया दा जिहड़ा हुक्म है, वो वरत जांदा है। माया अपना जोर पा लैंदी है उहदे ते। क्यों? क्योंकि लिव छुटक चुकी है, उहदा ध्यान हुण दुनियावी तृष्णा वाला आ गया। ये माया जित हर विसरै। हुण माया की है? माया की है? ये माया जित हर विसरै। हर वो चीज माया है जो सानू रब दे नाम दे नालों तोड़दी है, जो सानू अकाल पुरख नालों तोड़दी है। मोह उपजै भाओ दूजा लाया। असीं अटैच हो जाने आ माया दे विच, ते असीं एक नूं छड्ड के दूसरे पासे वाल आ जाने आ कि ये ही सब कुछ है, उहदे विच काम क्रोध लोभ मोह हंकार है। ये माया जित हर विसरै। अकाल पुरख दा नाम भुलिया, जेड़ी भी वो चीज ना भुला रही है वो ही माया है। कहे नानक, पर कहते मैं ते उस अकाल पुरख की इबादत कर रहा, मैं नहीं उन्होंने एक पल लई विसार रहा। गुर प्रसादी, गुरु की किरपा दे नाल जिन्हां लिव लागी, जिन्हां दी लिव लगी है, जिन्हां ने बचन नूं जपिया, जिन्हां ने शब्द नूं जपिया, तिन्नी विचे माया पाया। उन्होंने माया दे विच रहिंदियां ही उस अकाल पुरख नूं प्राप्त कर लिया। ये सब तो वड्डी कटाक्ष पाई है जिहड़ा सनातनी लोक जंगलों च जाके नाम जपते सी। उन्हां दे छेत्र फेरिया, कहंदे बई ये ते घर रह के भी चीज़ पाई जा सकती है, तुसीं आ जिम्मेवारियां तो भज रहे हो, परिवारक जिम्मेवारियां तो भज रहे हो, ये भज के तुसीं कित्थे जाना, माया तो किद्दां बचना। कहे नानक गुर प्रसादी, जिन्हां लिव लागी तिन्नी विचे माया पाया। इनू प्यार नाल पढ़ांगे, जिन्नियां ने ये सारा विचार बड़े ध्यान नाल सरवण कीता है, वो अपनी भी विचार करन, अपनी भी इनपुट पाउण, इहदे विच अपनी भी खोज करन। इनू बड़े इदां नहीं पढ़ना ये माया जथर विसरै मोह उपजै भाव दूजा लाया, कहे नानक गुर प्रसादी जिन्हां लिव लागी तिन्नी विचे माया पाया। इस तरह नहीं पढ़ना इनू। इनू पढ़ो प्यार दे नाल। कहे नानक गुर प्रसादी, जिन्हां लिव लागी तिन्नी विचे माया पाया। समझ आऊगा, समझ आऊगा। सिर्फ ध्यान असीं एक एक जिहड़ा इनू सुत्तियां नहीं पढ़ना, इनू जाग के पढ़ना, बड़े आराम दे नाल, प्यार दे नाल, सत्कार दे नाल। जैसी अगन उधर मैं तैसी बाहर माया। माया अगन सब इको जेही,
करतै खेल रचाया, जात तिस भाना तां जम्मिया, परिवार भला पाया पाया। लिव छुड़की लगी तृष्णा, माया अमर वरताया। ए माया जित हर विसरै, मोह उपजै भाओ दूजा लाया। दूजा भाव की है? दूजा भाव है की है? दूजा भाव है ही माया है। दूजा भाव माया ही है। दूजी कारै लग्गियां फिर जोनी पावै। जन्म मरण दे गेड़ चों बाहर नहीं आवांगे। हर हर नाम सलाही है, सच कार कमावे। ये जिहड़ी सच दी कार है, नाम जपण दी कार है, नाम अभ्यास दी कार है, ये कमाई करनी पैनी है। पर ओदे वास्ते गुरप्रसाद दे पात्र बनना पैना है, उद्यम करना पैना, आप मेहनत करनी पैनी है। आख आख रहे लिव लाए, इको ही तरीका है, होर कोई तरीका ही नहीं। अमुल्लो अमुल आखिया ना जाए, पर एडा वडमुला, एडा जिन्हें सानू सीधा ही परमात्मा दे नाल जोड़ देना है, ओदा रूप ही बना देना है, ओनू जपना किते इन्ना सौखा। ये खेल है, यही खेल है। इधरों तुसी शुरुआत करोगे, उधरों माया प्रबल हो जाएगी। ये ते बस ये जिहड़ी खेड है, इहदे चों जिहड़ी चौपड़ साजी है करते पुरख ने, असीं आ ज्ञान भी सानू नाल दिता, तरीका भी सानू दसदा भी बचना किदां इथों। कहे नानक, कहते मैं ते उस अकाल पुरख दे बचन नू, शब्द नू कह रहा, गुरप्रसादी जिन्हां लिव लागी तिन्नी विचे माया पाया। मैं कोई अपना घर बार छड्ड के जोगी नहीं बनया, अपने परिवार च ही रहा, लेकिन उस तरह ही जिस तरह कमल दा फुल चिक्कड़ च रह के पानी दे उत्ते निखर जाता, साफ सुथरा, इसे तरह आप माया दे विच रहिंदियां होयां भी, ये है ही सारा वरतारा ही माया है, क्योंकि यही चीज़ां सानू अकाल पुरख तो दूर लैके जांदियां। पर इन्हां दे विच रह के ही असीं अकाल पुरख नू पाउणा, इन्हां दे विच रह के ही असीं जिवें कमल चिक्कड़ च रह के खिलदा, असीं भी इदां ही खिलना। हर आप अमुल्क है, मुल ना पाया जाए। वो जिहड़ा शब्द है, हर शब्द दा लखायक है, इत्थे अमोल है, कोई कीमत नहीं है, कोई मुल दे के खरीदिया नहीं जा सकता, किसी कीमत ते नहीं पाया जा सकता। हर आप अमुल्क है, मुल ना पाया जाए। मुल ना पाया जाए, किसै विटों रहे लोक विलाए। बंदे जिहड़े है कई खोजी रब दे, विला विला के हार गए, खप गए। कि किवें उसकी प्राप्ति करिए। कहते इस तरह नहीं, हार ना मन, क्यों क्यों खप खप मरी जाना। कहते ऐसा सतगुर जे मिले, तिसनों सिर सौंपी है, विचों आप जाए। कहते बस आ इन्ना क काम करना है,
ਗਿਆਨ ਦੀ ਮਦਦ ਦੇ ਨਾਲ, ਗੁਰਪ੍ਰਸਾਦ ਦੇ ਨਾਲ ਉਸ ਸ਼ਬਦ ਨੂੰ ਭਾਲਣਾ, ਸ਼ਬਦ ਨੂੰ ਜਪਣਾ, ਅਕਾਲ ਪੁਰਖ ਦੇ ਅੱਗੇ ਆਪਣੀ ਮੱਤ ਜਿਹੜੀ ਹੈ ਤਿਆਗਣੀ ਹੈ, ਸਿਰ ਸੌਂਪਣਾ, ਆਪਣੀਆਂ ਚਤਰਾਈਆਂ ਸਿਆਣਪਾਂ ਸਭ ਸੌਂਪਣਾ ਉਸ ਨੂੰ। ਮਿਹਨਤ ਕਰਦੇ ਕਰਦੇ ਵਿੱਚੋਂ ਆਪ ਜਾਏ, ਆਪਾ ਖਤਮ ਕਰ ਦੇਣਾ ਵਿੱਚੋਂ। ऐसा सतगुर जे मिले। कैसा सतगुर, कैसा सतगुर है, ऐसा सतगुर जे मिले तिसनू सिर सौंपिया। भी कैसा सतगुर, अगे चलो, जिस दा जियो तिस मिल रहा है, हर वसै मन आए। ਅਸੀਂ ਜਿਹਦੇ ਐਕਚੁਅਲੀ ਹਾਂ, ਅਸਲ ਵਿੱਚ ਜਿੱਥੋਂ ਅਸੀਂ ਵਿਛੜ ਕੇ ਆਏ ਹਾਂ, ਉਹਨੂੰ ਜਾ ਕੇ ਮਿਲੀਏ ਤੇ ਸਾਡੇ ਅੰਦਰ ਪ੍ਰਕਾਸ਼ ਹੋਵੇ। ਹਰ ਤੇ ਅੰਦਰ ਵਸ ਰਿਹਾ, ਅਕਾਲ ਪੁਰਖ ਦਾ ਵਾਸਾ ਅੰਦਰ ਹੈ ਸਾਡੇ, ਲੇਕਿਨ ਬਸ ਉਹਨੂੰ ਮਹਿਸੂਸ ਕਰਨਾ, ਉਹਨੂੰ ਅਸੀਂ ਫੀਲ ਕਰਨਾ ਆਪਣੇ ਅੰਦਰ। ਹਰ ਆਪ ਅਮੁੱਲਕ ਹੈ, ਭਾਗ ਤਿੰਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਪਰਮਾਤਮਾ ਆਪ ਅਮੁੱਲ ਹੈ, ਉਹਨਾਂ ਦੇ ਭਾਗ ਚੰਗੇ ਨੇ ਜਿਨ ਹਰ ਪੱਲੇ ਪਾਏ। ਜਿਹੜੇ ਜਿਨ੍ਹਾਂ ਨੂੰ ਗੁਰਪ੍ਰਸਾਦ ਦੇ ਜ਼ਰੀਏ ਉਹ ਭਗਤੀ ਦੇ ਲੜ ਲਾ ਦਿੰਦਾ ਹੈ, ਤੇ ਉਸ ਗੁਰਪ੍ਰਸਾਦ ਦੇ ਜ਼ਰੀਏ, ਗੁਰਮੁਖ ਸਿਸਟਮ ਦੇ ਜ਼ਰੀਏ ਜੋ ਉਹਦੀ ਇਬਾਦਤ ਕਰਦੇ ਆ, ਭਗਤੀ ਕਰਦੇ ਆ, ਉਹਨਾਂ ਨੂੰ ਹੀ ਇਹ ਪ੍ਰਕਾਸ਼ ਦਾ ਅਨੁਭਵ ਹੁੰਦਾ ਹੈ। ਜੋਤ ਤੇ ਸਾਰਿਆਂ ਦੇ ਅੰਦਰ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜੋਤ ਦਾ ਸਰੂਪ ਤੇ ਹੈ, ਪਰ ਅਸੀਂ ਆਪਣਾ ਜਿਹੜਾ ਬੇਸ ਹੈ, ਮੂਲ ਨੂੰ ਜਿਹੜਾ ਪਛਾਨਣਾ ਹੈ ਅਸੀਂ, ਉਹ ਕੀ ਹੈ? ਕਿਸ ਤਰ੍ਹਾਂ ਪਛਾਣਿਆ ਜਾਊ ਮੂਲ? ਰੱਬ ਦੀ ਬੰਦਗੀ ਕਰਕੇ, ਲਗਾਤਾਰ ਆਪਾ ਚੀਨ ਕੇ, ਆਪਣਾ ਸੈਲਫ ਐਨਾਲਿਸਿਸ ਕਰਕੇ, ਕਿ ਮੈਂ ਭਗਤੀ ਕਰਦਾ, ਕਿੱਦਾਂ ਦੀ ਕਰਦਾ? ਦਿਖਾਵੇ ਦੀ ਤਾਂ ਨਹੀਂ ਕਰਦਾ, ਐਵੇਂ ਝੂਠ ਮੂਠ ਹੀ ਜਾਣ ਕੇ ਐਕਟਿੰਗ ਤੇ ਨਹੀਂ ਕਰਦਾ ਵੀ ਮੈਂ ਬੜਾ ਭਗਤ ਹਾਂ, ਡਰੈਸ ਪਾ ਕੇ ਲੋਕਾਂ ਨੂੰ ਮੈਂ ਦਿਖਾਈ ਜਾ ਰਿਹਾ। ਇਹੀ ਹੈ ਸੈਲਫ ਐਨਾਲਿਸਿਸ, ਕਿ ਮੈਨੂੰ 40 ਸਾਲ ਹੋ ਗਏ ਮੈਨੂੰ ਇਸ ਪਾਸੇ ਲੱਗਿਆ, ਮੈਂ ਖੱਟੀ ਕੀ ਕੀਤੀ ਅੱਜ ਤੱਕ? ਖੱਟੀ ਕੀ ਕੀਤੀ ਹੈ? ਲਾਲਚ ਤੋਂ ਮੈਂ ਨਹੀਂ ਬਾਹਰ ਆਇਆ, ਮੋਹ ਤੋਂ ਮੈਂ ਨਹੀਂ ਬਾਹਰ ਆਇਆ, ਕਾਮ ਕ੍ਰੋਧ ਹੰਕਾਰ ਤੋਂ ਮੈਂ ਨਹੀਂ ਬਾਹਰ ਆਇਆ, ਫਿਰ ਮੈਂ ਖੱਟਿਆ ਕੀ ਅੱਜ ਤੱਕ? ਮੈਂ ਉਸ ਅਕਾਲ ਪੁਰਖ ਦੀ ਵੈਲਿਊ ਨੂੰ ਹੀ ਸਮਝ ਨਹੀਂ ਪਾਇਆ, ਆਪਣੇ ਮਨੁੱਖੇ ਸਰੀਰ ਦੀ ਇਸ ਜਨਮ ਦੀ ਵੈਲਿਊ ਨੂੰ ਹੀ ਨਹੀਂ ਸਮਝ ਪਾਇਆ, ਫਿਰ ਮੈਂ ਖੱਟਿਆ ਕੀ ਅੱਜ ਤੱਕ? ਆਪਣਾ ਮੂਲ ਪਛਾਣ। ਤਾਂ ਉਸ ਜੋਤ ਦਾ ਪਤਾ ਲੱਗੂ, ਤਾਂ ਪਤਾ ਲੱਗੂ ਕਿ ਇਹ ਜੋਤ ਹੀ ਅਕਾਲ ਪੁਰਖ ਹੈ।
अगे चलिए। हर रास मेरी मन वणजारा। हर रास, रास हुंदा कैपिटल, अपनी पूंजी। शब्द जो है ओही मेरी पूंजी है, ओही मेरा धन है, ते मन नूं बनाया मैं व्यापारी। दोबारा फिर, हर रास मेरी मन वणजारा। कहते इस पूंजी का मैनू पता किदां लग्या, सतगुर ते रास जानी। ये सतगुरु ने मैनू गल बुझाई है। देखो हौली हौली आपां इस चीज़ नूं, इस माइंड सैट नूं समझना है कि गुरबाणी दा स्वरूप हुण जिस तरह आ अखर है पल्लै, हाईलाइटेड होया है अखर पल्लै। हुण इसे अखर नूं एक लां दे नाल भी लिखिया जा सकदा पल्ले। आपां कहंदे नहीं भी तेरे पल्ले है की है। जदों जिस तरह है मेरे, एक लां दे नाल मेरे, जदों ये बन गया मेरै, दो लावां लग गईयां रारे दे उत्ते, वो बन गया मेरे अंदर। हर आप मुल्क है भागत नानके नानका, जिन हर पल्लै, अंदर दी गल है, अंदर मेरे अंदर। ये नहीं है कि मैं कुर्ते दा पल्ला बना के कीता ते वो पल्ले च पाएगा, नहीं, अंदर। इस स्वरूप नूं समझना पएगा। हुण आ लफ्ज है सतगुरु। हुण सतगुरु भाव सच्चा गुरु। सत जदों आपां बोलांगे, जदों ये तत्ते नूं सिहारी पै जांदी है, सत ते जदों ये सिहारी पै, ये थोड़ा जिहा सानूं इस गल वल ध्यान जरूर देना पैना है, इहदी प्रोनाउंसिएशन वल, कि ਜਿਹੜੀਆਂ ਇਹ ਸਿਹਾਰੀਆਂ ਬਿਹਾਰੀਆਂ ਨੇ ਇਹ ਵੀ ਪੂਰਨ ਅੱਖਰ ਦਾ ਕੰਮ ਕਰਦੀਆਂ ਨੇ। ਇਹਨਾਂ ਦੀ ਬੜੀ ਵੈਲਿਊ ਹੈ। ਜਦੋਂ ਇਹ ਤੱਤੇ ਨੂੰ ਸਿਹਾਰੀ ਪੈ ਜਾਂਦੀ ਹੈ ਸੱਤੇ, ਉਦੋਂ ਇਹਦਾ ਭਾਵ ਬਣ ਜਾਂਦਾ ਹੈ ਕਿ ਉਹ ਗੁਰੂ ਜਿਹੜਾ ਫੋਰਐਵਰ ਹੈ, ਜਿਹੜਾ ਸਦਾ ਰਹਿਣ ਵਾਲਾ ਹੈ, ਜਿਹਦੀ ਐਗਜ਼ਿਸਟੈਂਸ ਫੋਰਐਵਰ ਹੈ। ਹੁਣ हर रास मेरी मन वणजारा। हर रास मेरी मन वणजारा, सतगुर ते रास जानी। इसका पता सतगुरु तो ही लग सकता है, जिहड़ा आप सदा रहन वाला है। किस तरह सतगुर ने की रास दृढ़ाई, की रास उन्हें दृढ़ाई, कहते हर हर नित जपिहो जीहो, लाहा खटियो दिहाड़ी। इत्थे दिहाड़ी का मतलब है उम्र। उम्र ऐ सारा जन्म जिहड़ा, यही रास है। क्योंकि ये जिन्ने साह मिले ने, हर साह जिहड़ा जे नाम दे लिखे लगे, नाम अभ्यास वध तो वध करिए ते ऐस जन्म दा जिहड़ा आउण दा, लैण दा फायदा हो सकदा। लाहा खट्टिओ दिहाड़ी। जदों कोई व्यापारी व्यापार करदा है, कोई इन्वेस्ट करदा है, ते वो यही चाहुंदा है कि मैं 10,000 इन्वेस्ट कीता है, इहनूं 20,000 बनाईए। वो दसिया इत्थे हर हर नित जपिओ जीओ, लाहा खट्टिओ दिहाड़ी। जियो नहीं है हर हर नित जपिओ जियो, नहीं, जी हो, जी ला के, जी तो ये भी अवस्था आएगी, ये फर्क आएगा। पहला पहला असी जपना शुरू करना, सिर्फ जिद्दां पहला आपां वो कच्ची दी गल कीती सी। सारा कुछ हो भी रहा होएगा, लेकिन असी कच्चे होवांगे, जी समझ नहीं होएगी सानू, ओदी सिख रहे होवांगे।
फिर हौली 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 वो सबक पक्का होगा। जी ਉਹ ਇਸ ਕਰਕੇ ਕਿਹਾ ਜੀ ਲਾ ਕੇ ਲਾਹਾ ਖੱਟਿਓ ਦਿਹਾੜੀ। ਇਹ ਜਿਹੜਾ ਜਨਮ ਮਿਲਿਆ ਵਡਮੁੱਲਾ ਇਹਦਾ ਲਾਹਾ ਖੱਟੀ। ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ। ਪਰ ਇਸ ਪੂੰਜੀ ਦਾ ਉਹਨਾਂ ਨੂੰ ਹੀ ਪਤਾ ਲੱਗਦਾ ਹੈ ਜਿਨ੍ਹਾਂ ਨੂੰ ਪ੍ਰਭੂ ਪ੍ਰਤਪਾਲਦਾ ਹੈ, ਜਿਨ੍ਹਾਂ ਤੇ ਕਿਰਪਾ ਕਰਦਾ ਹੈ, ਜਿਨ੍ਹਾਂ ਨੂੰ ਉਸ ਅਕਾਲ ਪੁਰਖ ਦੀ ਜਿਨ੍ਹਾਂ ਤੇ ਨਜ਼ਰ ਹੁੰਦੀ ਹੈ, ਕਿਰਪਾ ਹੁੰਦੀ ਹੈ, ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਇਹ ਉਹਨਾਂ ਨੂੰ ਧਨ ਮਿਲਦਾ। ਬਾਕੀ ਲੱਗੇ ਤੇ ਕਿੰਨੇ ਕਿੰਨੇ ਲੱਗੇ ਪਏ ਨੇ, ਕਿੰਨੀ ਦੁਨੀਆ ਲੱਗੀ ਪਈ ਹੈ ਇਸ ਪਾਸੇ। ਪਰ ਜਦੋਂ ਆਪਾਂ ਚੀਨਾਂਗੇ, ਆਪਾਂ ਇਹ ਬਾਣੀ ਨੂੰ ਪੜ੍ਹ ਕੇ ਜਦੋਂ ਆਪਾਂ ਚੀਨਾਂਗੇ ਤੇ ਕੋਈ ਵੀ ਆਪਣੇ ਆਪ ਨੂੰ ਨਹੀਂ ਕਹਿ ਸਕਦਾ ਕਿ ਹਾਂ ਮੈਂ ਪਰਮਾਤਮਾ ਦੇ ਨੇੜੇ ਹਾਂ, ਜਾਂ ਹਾਂ ਮੈਂ ਪਰਮਾਤਮਾ ਨੂੰ ਮਹਿਸੂਸ ਕੀਤਾ ਹੈ, ਜਾਂ ਹਾਂ ਮੈਂ ਪਰਮਾਤਮਾ ਦੇ ਦਰਸ਼ਨ ਕੀਤੇ। ਗੱਲਾਂ ਕਰਨਗੇ ਪਰ ਕੋਈ ਦਾਅਵਾ ਨਹੀਂ ਕਰ ਪਾਏਗਾ। ਹਾਂ, ਇਹ ਆਪਾਂ ਅੱਗੇ ਜਾ ਕੇ ਜ਼ਿਕਰ ਕਰਾਂਗੇ ਕਿ ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਹੋਏਗਾ ਉਹਨਾਂ 'ਚ ਫਰਕ ਕੀ ਹੋਏਗਾ, ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਆਮ ਲੋਕਾਈ ਤੋਂ ਨਖੇੜਾਂਗੇ, ਕਿਸ ਤਰ੍ਹਾਂ ਉਹਨਾਂ ਨੂੰ ਇੱਕ ਪਾਸੇ ਵੱਲ ਕੱਢਾਂਗੇ ਵੀ ਹਾਂ ਇਹ ਬੰਦਾ ਭਗਤ ਹੈ। ਇਹ ਵੀ ਆਪਾਂ ਨਖੇੜਾ ਕਰਾਂਗੇ ਗੁਰਬਾਣੀ ਦੀ ਮਦਦ ਦੇ ਨਾਲ। ਪਰ ਇਹ ਜਿਹੜੇ ਅਕਾਲ ਪੁਰਖ ਨੂੰ ਭਾ ਜਾਂਦੇ ਆ ਉਹਨਾਂ ਨੂੰ ਇਹ ਧਨ ਮਿਲਦਾ। ਕਹਿ ਨਾਨਕ, ਕਹਿੰਦੇ ਮੈਂ ਵੀ ਉਹਨੂੰ ਕਹਿ ਰਿਹਾ, ਮੈਂ ਵੀ ਉਸ ਅਕਾਲ ਪੁਰਖ ਦੇ ਨਾਮ ਨੂੰ ਕਹਿ ਰਿਹਾ। ਹਰ ਰਾਸ ਮੇਰੀ, ਸ਼ਬਦ ਜਿਹੜਾ ਸੀ ਜਪਣ ਵਾਲਾ ਉਹੀ ਮੇਰੀ ਪੂੰਜੀ ਬਣ ਚੁੱਕੀ ਹੈ। ਮਨ ਹੋਆ ਵਣਜਾਰਾ, ਹਾਂ ਹੁਣ ਮੇਰਾ ਮਨ ਗਿਆਨ ਦੀ ਮਦਦ ਦੇ ਨਾਲ ਅਸਲ ਵਣਜਾਰਾ, ਅਸਲ ਬਿਜ਼ਨਸਮੈਨ ਬਣ ਗਿਆ ਕਿ ਇਹੀ ਚੀਜ਼ ਮੇਰੇ ਕੰਮ ਦੀ ਹੈ, ਇਸੇ ਚੀਜ਼ ਨਾਲ ਹੀ ਮੇਰਾ ਭਲਾ ਹੋਣਾ ਹੈ, ਇਸੇ ਚੀਜ਼ ਕਰਕੇ ਹੀ ਮੈਨੂੰ ਇਸ ਜਨਮ ਦਾ ਲਾਹਾ ਮਿਲਣਾ ਹੈ। ਅੱਜ ਮੈਂ ਕੋਸ਼ਿਸ਼ ਕੀਤੀ ਹੈ ਕਿ ਥੋੜੀ ਸਰਲ ਰੂਪ ਦੇ ਵਿੱਚ ਆਪਾਂ ਬੋਲਿਆ, ਔਰ ਇਹ ਮੈਂ ਇਹ ਆਸ ਰੱਖ ਕੇ ਬੋਲਿਆ ਕਿ ਜਿੰਨਾ ਪਿਛਲਾ ਆਪਾਂ ਵਿਚਾਰ ਕਰਕੇ ਆਏ ਆ ਉਹ ਸਾਰਿਆਂ ਦੇ ਜ਼ਿਹਨ ਦੇ ਵਿੱਚ ਹੋਊਗਾ। ਸੋ ਇਸ ਕਰਕੇ ਇੱਕ ਬੈਠਕ ਨਾਲ ਨਹੀਂ, ਇੱਕ ਚੀਜ਼ ਨਾਲ ਨਹੀਂ, ਇਹ ਆਪਾਂ ਪੂਰਨ ਵਿਚਾਰ ਜਿਹੜੀ ਗੁਰਬਾਣੀ ਦੀ ਕਰਨੀ ਹੈ। ਇੱਕ ਲੈਸਨ ਹੈ ਇਹਦੇ 'ਚ ਸਾਰੀ ਆਨੰਦ ਬਾਣੀ ਦੇ ਵਿੱਚ ਕਿ ਕਿੱਦਾਂ ਅਸੀਂ ਉਸ ਆਨੰਦ ਦੀ ਅਵਸਥਾ ਤੱਕ ਪਹੁੰਚ ਸਕਦੇ ਹਾਂ। ਦੁਨੀਆ 'ਚ ਰਹਿੰਦੇ ਹਾਂ, ਆਪਣੇ ਪਰਿਵਾਰ 'ਚ ਰਹਿੰਦੇ ਹਾਂ, ਮਾਇਆ ਦੀ ਪਕੜ ਦੇ ਵਿੱਚ ਰਹਿੰਦੇ ਹਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜਕੜ ਦੇ ਵਿੱਚ ਰਹਿੰਦੇ ਹਾਂ, ਕਿੱਦਾਂ ਉਸ ਪਰਮਾਤਮਾ ਨੂੰ ਮਹਿਸੂਸ ਕਰ ਸਕਦੇ ਹਾਂ, ਕਿੱਦਾਂ ਉਸ ਆਨੰਦ ਤੱਕ ਪਹੁੰਚ ਸਕਦੇ ਹਾਂ। ਹੁਣ ਕਿਤੇ ਇਹ ਨਹੀਂ ਆਇਆ ਕਿ ਜਿਹੜੀ ਇਹ ਚੀਜ਼ ਲਿਖੀ ਹੈ ਇਹਨੂੰ ਗਾ ਕੇ ਪਹੁੰਚ ਸਕਦੇ ਹਾਂ, ਜਿਹੜੀ ਇਹ ਚੀਜ਼ ਲਿਖੀ ਹੈ ਇਹਦੇ 40 ਪਾਠ ਕਰਕੇ ਉੱਥੇ ਪਹੁੰਚ, ਕਿਤੇ ਨਹੀਂ ਆਇਆ ਸਾਰੀ ਬਾਣੀ 'ਚ। ਹਾਂ, ਮੈਂ ਇਸ ਤੋਂ ਇਨਕਾਰੀ ਨਹੀਂ ਆ, ਗਲਤ ਨਾ ਸਮਝਿਓ ਕਿ ਪਾਠ ਨਹੀਂ ਕਰਨੇ। ਪਾਠ ਦਾ ਪਹਿਲੀ ਗੱਲ, ਪਾਠ ਦਾ ਜਿਹੜਾ ਮੀਨਿੰਗ ਹੈ ਉਹ ਹੁੰਦਾ ਲੈਸਨ। ਜਿਹੜਾ ਪਾਠ ਕਰਨ ਨੂੰ ਕਿਹਾ ਉਹ ਹੈ ਸਿੱਖਿਆ, ਸਿੱਖਿਆ ਲਈ ਜਾਂਦੀ ਹੈ, ਸਿੱਖਿਆ ਨੂੰ ਹਮੇਸ਼ਾ ਬੁੱਧੀ ਫੜਦੀ ਹੈ। ਅੱਛਾ, ਜਿਹੜਾ ਰਿਜੈਕਟ ਹੈ ਉਹ ਹੈ ਪਾਠ, ਜਿਹੜਾ ਆਪਾਂ ਰੈਪੀਟੀਸ਼ਨ ਕਰਦੇ ਹਾਂ ਕਿ ਜੋ ਲਿਖਿਆ ਹੋਵੇ ਉਹ ਪੜ੍ਹੀ ਜਾਈਏ। ਇੱਕ ਐਗਜ਼ਾਮਪਲ ਆਪਾਂ ਸਿੱਧੀ ਜੀ ਐਗਜ਼ਾਮਪਲ ਲੈ ਚੁੱਕੇ ਹਾਂ ਬਈ ਇੱਕ ਟਰੱਕ ਡਰਾਈਵਰ ਹੈ, ਉਹਦਾ ਐਸ ਬੰਨੇ ਧਿਆਨ ਹੀ ਨਹੀਂ ਹੈ, ਮਾਇਆ ਦੇ ਵਿੱਚ ਉਹ ਖੁੱਭਿਆ ਪਿਆ, ਟਰੱਕ ਡਰਾਈਵ ਕਰਦਾ ਜਾ ਰਿਹਾ, ਕੋਈ ਸਾਈਨ ਨਹੀਂ ਦੇਖ ਰਿਹਾ, ਅੱਗੇ ਸਾਈਨ ਆਉਂਦਾ ਅੱਗੇ ਦਰਿਆ ਹੈ ਖੱਬੇ ਮੁੜੋ, ਉਹਨੇ ਉਹ ਸਾਈਨ ਪੜ੍ਹਿਆ ਹੀ ਨਹੀਂ, ਉਹਨੂੰ ਪਰਵਾਹ ਹੀ ਨਹੀਂ ਕੀਤੀ ਉਹਨੇ, ਉਹ ਖੱਬੇ ਨਹੀਂ ਮੁੜਿਆ, ਦਰਿਆ 'ਚ ਡਿੱਗੂਗਾ। ਦੂਜਾ ਟਰੱਕ ਡਰਾਈਵਰ, ਉਹਨੇ ਉਹ ਪੜ੍ਹ ਲਿਆ, ਕਹਿੰਦਾ ਚੱਲ ਲਿਖਿਆ ਹੋਊ, ਮੈਂ ਤੇ ਸਿੱਧਾ ਹੀ ਜਾਣਾ,
वो पढ़ के भी डुब गया। तीसरा, उन्हें पढ़िया भी अगे दरिया खब्बे मुड़ो, उन्हें अमल कर लिया, उन्हें अपना ट्रक खब्बे बन्ने नूं मोड़ लिया, ਉਹਦਾ बचाव हो गया। क्यों? क्योंकि उन्हें अमल कर लिया, उन्हें वो प्रैक्टिस च लैन दी चीज़, उन्हें वो मन लई चीज़। ये हुंदा मनना। ਇਹਨੂੰ ਕਹਿੰਦੇ ਆ ਵੀ ਮੈਂ ਮੰਨਦਾ ਇਹ ਚੀਜ਼। ਇਹ ਉਦੋਂ ਹੀ ਮੰਨਾਂਗੇ ਜਦੋਂ ਆਪਾਂ ਮਾਇਆ ਦੀ ਪਕੜ ਚੋਂ ਛੁੱਟਾਂਗੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉੱਪਰ ਉਠਾਂਗੇ। ਜਿਹੜਾ ਸਟਾਰਟਿੰਗ ਲੈਵਲ ਹੈ, ਭਾਵੇਂ ਉਹ ਨਾਮ ਜਪ ਰਿਹਾ, ਪਰ ਉਹਦੇ ਜ਼ਿਹਨ 'ਚ ਕਿਤੇ ਨਾ ਕਿਤੇ ਮਾਇਆ ਦਾ ਪ੍ਰਭਾਵ ਹੈ, ਹਲੇ ਉਹ ਕੱਚਾ ਹੈ। ਇਹ ਚੀਜ਼, ਇਹ ਮਾਈਂਡ ਸੈਟ ਸਾਨੂੰ ਜਿਹੜਾ ਇਹ ਚੇਂਜ ਕਰਨਾ ਪਊਗਾ। ਜਿਹਨੂੰ ਸੋ ਕਾਲਡ ਆਪਾਂ ਕਹਿ ਦਿੰਦੇ ਆ ਜੀ, ਤੂੰ ਬਈ ਅੰਮ੍ਰਿਤ ਛਕ ਲਾ, ਕਕਾਰ ਪਾ ਲਾ, ਬਸ ਚੜ੍ਹਦੀ ਕਲਾ ਤੇਰੀ। ਫਿਰ ਅਸੀਂ ਵੀ ਮੰਨਦੇ ਹਾਂ ਵੀ ਲੈ ਯਾਰ, ਕੱਲ ਤੇ ਦਾੜੀ ਕੱਟਦਾ ਸੀ, ਅੱਜ ਇਹਨੇ ਦਾੜੀ ਵੀ ਰੱਖ ਲਈ ਆ, ਗਾਤਰਾ ਪਾਇਆ, ਇਹਦੇ ਕੁੜਤਾ ਪਜਾਮਾ ਨੀਲੀ ਪੱਗ, ਲੈ ਵੀ ਇਹਦੀ ਚੜ੍ਹਦੀ ਕਲਾ। ਇਹ ਵੀ ਕਾਹਦੀ ਚੜ੍ਹਦੀ ਕਲਾ? ਡਰੈਸ ਹੀ ਹੈ, ਇੱਕ ਵੇਸ ਹੀ ਹੈ। ਵੇਸੀ ਸ਼ੌ ਨਾ ਪਾਈਏ, ਕਰ ਕਰ ਵੇਸ ਰਹੀ। ਜਿੰਨੇ ਮਰਜ਼ੀ ਅਦਲਾ ਬਦਲੀ ਕਰਕੇ डिजाइन बनाई जाओ, वेस ही है। वेसी शौह ना पाईए, कर कर वेस रही। महला तीजा इसे महले दी बाणी है। महला पहला पता की कहता? छोड़ो वेस भेख चतराई, दुबदा ए फल नाही जियो। गुर प्रसाद दे पात्र नहीं बन सकोगे जिन्ना चिर अपनी मर्जी दे नाल ड्रैसां बना बना के पाओगे ते अपने आप नूं चंगा सिख साबित करन दी कोशिश करोगे। सिख भी मैं ना कहां, अपने आप नूं चंगा धर्मी साबित करन दी कोशिश करोगे ड्रैसां पा के। गल नहीं बनेगी। गल नहीं बनेगी। ये भगती करनी पएगी, शब्द दा जाप करना पएगा। शब्द दा जाप करना पएगा। शब्द दी एक ते भरोसा करना पएगा। एक द्वारा दीखित होना पएगा, एक नूं मनना पएगा, एक दी इबादत करनी पएगी। जिन्ना मर्जी जोर ला लो, गल नहीं बनेगी। आपा 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 चीन के देखो, अपना एनालिसिस करके देखो भी असी बथेरे साडे च भी होणगे जिन्हां नूं 50-50 साल हो गए अमृत छके नूं, ਜਿਹੜੇ 50 साल तो गुरबाणी पढ़ते पे है। ये एनालिसिस करना पऊगा। सब तो पहली जिहड़ी जरूरी गल है वो है कि अपनी बोली नूं चंगी तरह सिखो। फिर बोली तो बाद गुरबाणी गुरु नूं वाचो, पढ़ो, सुनो। जिस तरह ये गुरबाणी सानू डायरैक्शन दे रही है, उस तरह अपना जीवन जिहड़ा है बनाओ, तां ये चीज़ जिहड़ी है। अदरवाइज सानू देखो, जिन्ने सानू गाइड करने वाले है, माया त्यागो माया, वो आप माया लैके वो काम कर रहे हैं। जिहड़ा सानू दस भी रहे हैं वो उपदेश, वो आप माया लैके करते हैं, पैसे लैके करते हैं। लोभ है उन्होंने, अगले आउंदे ही नहीं।
अगले कहते इन्ने लैने तां आऊं, तां मैं आके गल करूं। ते ओहो जे बंदे सानू किस तरह उस अकाल पुरख दे नाल मिलन दा सही रस्ता दस सकणगे। कोई किंतु परंतु नहीं, आपां किसी नू जज भी नहीं कर रहे, लेकिन ये जिहड़ा रास्ता असीं ये जिहड़ियां गल्लां ने जरूरी करनियां पैणगीਆਂ इत्थे, सानू समझना पऊगा। ये आप ही करना पऊगा। आप ही सानू गुरबाणी पढ़नी पऊगी, आप ही सानू समझना पऊगा। अदरवाइज आपां ज्ञान जिन्ना मर्जी इकट्ठा कर लईए। ये धन तिन्हां मिलिया जिन हर आपे भाणा। अकाल पुरख नूं भी भाऊगा कि मैं ये जिहड़ा ज्ञान ऐस अभ्यासी नूं दरड़ावां, क्योंकि भगती कर रहा, दुनियावी बंधना तो उपर आ रहा। आप भी तो मेहनत करनी पऊगी। आपां वेस की गल कीती है। कोई किसी ते किंतु परंतु नहीं है। जो कोई जिस तरह रहिंदा है उहदी अपनी इच्छा है। पर एक थां ते महल्ले पंजवें ने जिस तरह कमाल ही कर दिती है। महल्ले तीजे दी बाणी है कि वेसी शौह न पाईए कर कर वेस रही। महला पहला कह रहा है छोड़ो वेस भेख चतराई दुबदा ए फल ना ही जीओ। उत्थे ये शब्द भी आपां विचार के आए हैं पिछे कि मन नूं विचारां तो मुक्त करन दी गल है। ये फल मतलब मन विचारां तो मुक्त नहीं हो सकता इन्हां चीज़ां दे नाल। मन रे थिर रहो मत कत जाही जियो। बाहर ढूंढत बहुत दुख पावें घर अमृत घट माहे जियो। ओ अमृत जिहदी पालना तू बाहर करदा फिर रहा है, वो तेरे अंदर ही है। अपना मूल पछाण। महला पंजवां एक थां ते कमाल ही कर दिंदे, कमाल ही। वो पता की कहंदे? कहंदे नगन फिरत रंग एक कै ओ शोभा पाए। भावना नूं समझना है। कोई किसी ते कटाक्ष नहीं, किसी ते किंतु परंतु नहीं है। परमात्मा दा रंग जरूरी है, ओदा नाम जपना जरूरी है। ਇਹਦਾ ਭਾਵ ਇਹੀ ਹੈ ਨਗਨ ਫਿਰਤ ਰੰਗ ਏਕ ਕਹਿ ਉਹ ਸੋਭਾ ਪਾਏ। ਉਸ ਅਕਾਲ ਪੁਰਖ ਦੇ ਦਰ ਤੇ ਉਹਦੀ ਵੀ ਸੋਭਾ ਹੋ ਜਾਣੀ ਹੈ ਜਿਹਨੇ ਕੋਈ ਕੱਪੜਾ ਹੀ ਨਹੀਂ ਤਨ ਤੇ ਪਾਇਆ। ਕਹਿਣ ਤੋਂ ਭਾਵ ਅਕਾਲ ਪੁਰਖ ਦੀ ਇਬਾਦਤ ਬੜੀ ਜ਼ਰੂਰੀ ਹੈ। ਨਾਮ ਜਪਣ ਤੋਂ ਬਿਨਾ ਗੱਲ ਬਣ ਹੀ ਨਹੀਂ ਸਕਦੀ। ਡਰੈਸਾਂ ਜਿੰਨੀਆਂ ਮਰਜ਼ੀ ਪਾਓ, ਕਹਿੰਦੇ ਪਾਟ ਪਟੰਬਰ ਬਿਰਥਿਆ ਜੈ ਰਚ ਲੁਭਾਏ। ਲੋਭ ਹੈ। ਰੇਸ਼ਮੀ ਕੱਪੜੇ ਪਾਉਣੇ, ਆਪਣੇ ਆਪ ਨੂੰ ਸਜਾਉਣਾ, ਆਪਣੇ ਆਪ ਨੂੰ ਸਜਾ ਕੇ ਬਾਹਰ ਲੈ ਕੇ ਜਾਣਾ, ਦੁਨੀਆ ਨੂੰ ਦੱਸਣਾ ਕਿ ਮੈਂ ਇਹ ਧਾਰਮਿਕ ਡਰੈਸ ਪਾਈ ਹੈ, ਮੈਂ ਹੀ ਸਭ ਤੋਂ ਚੰਗਾ ਬੰਦਾ। ਪਰ ਮਹੱਲਾ ਪੰਜਵਾਂ ਕਿਰਪਾ ਕਰਦੇ ਹੈ ਕਿ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਜੇਕਰ ਤੁਸੀਂ ਉਹ ਵੇਸ ਨਹੀਂ ਵੀ ਕਰਦੇ ਤਾਂ ਵੀ ਤੁਸੀਂ ਉਸ ਅਕਾਲ ਪੁਰਖ ਦੇ ਦਰ ਤੇ ਸ਼ੋਭਾ ਪਾ ਲਓਗੇ। ਇਹ ਸ਼ਬਦ ਹੈ ਭਗਤ ਕਬੀਰ ਮਹੱਲੇ ਪੰਜਵੇਂ ਦਾ, ਗੁਰੂ ਅਰਜਨ ਪਾਤਸ਼ਾਹ ਦਾ। ਉਹਦੀ ਰਹਾਉ ਦੀ ਤੁਕ ਪਤਾ ਕੀ ਹੈ? ਸ਼ਬਦ ਵਿਚਾਰਾਂਗੇ ਕਦੇ ਜ਼ਰੂਰ। ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ, ਕਿਤ ਹੀ ਕਾਮ ਨ ਧੌਲਰ ਜਿਤ ਹਰ ਬਿਸਰਾਏ। ਇਹਨੂੰ ਪੜ੍ਹਦੇ ਆ ਜੀ ਧੌਲ ਹਰ। ਇਹ ਧੌਲ ਹਰ ਲਫ਼ਜ਼ ਨਹੀਂ ਹੈ, ਇਹ ਲਿਖਣ ਚ ਆਇਆ। ਇਹ ਲਫ਼ਜ਼ ਹੈ ਧੌਲਰ। ਧੌਲਰ ਦਾ ਮਤਲਬ ਹੁੰਦਾ ਹੈ ਮੈਂਸ਼ਨ। ਇੱਕ ਛੋਟਾ ਜਿਹਾ ਘਰ, ਇੱਕ ਬਹੁਤ ਵੱਡਾ ਮੈਂਸ਼ਨ। ਇੱਕ ਛਪੜੀ ਜਿਹੀ, ਇੱਕ ਬਹੁਤ ਵੱਡਾ ਮਹੱਲ, ਮੈਂਸ਼ਨ, ਧੌਲਰ। ਕਹਿੰਦੇ ਇੱਕ ਨਿੱਕੀ ਜਿਹੀ ਝੁੱਗੀ ਵੀ ਮੈਨੂੰ ਪਿਆਰੀ ਜ਼ਿਆਦਾ, ਕਿਉਂਕਿ ਉੱਥੇ ਅਕਾਲ ਪੁਰਖ ਦਾ ਨਾਮ ਜਪਿਆ ਜਾ ਰਿਹਾ। ਇੱਕ ਬਹੁਤ ਵੱਡਾ ਮਹਿਲ ਹੋਇਆ, ਕਹਿੰਦੇ ਮੈਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉੱਥੇ ਤੇ ਅਕਾਲ ਪੁਰਖ ਨੂੰ ਯਾਦ ਹੀ ਨਹੀਂ ਕੀਤਾ ਜਾਂਦਾ।
ਇਹ ਭਾਵ ਸਰੀਰ ਹੀ ਹੈ, ਸਰੀਰ ਹੀ ਹੈ। ਜ਼ਰੂਰੀ ਨਹੀਂ ਹੈ ਕਿ ਅਸੀਂ ਇਹਨੂੰ ਬਹੁਤ ਸਜਾ ਫਵਾ ਕੇ ਆਪਣੇ ਆਪ ਨੂੰ ਦਿਖਾਉਣਾ ਕਿ ਅਸੀਂ ਬੜੇ ਧਰਮੀ ਹਾਂ ਨਾ। ਪ੍ਰੈਕਟਿਸ ਤੁਹਾਡੀ ਬੋਲਣੀ ਚਾਹੀਦੀ ਹੈ। ਇਹ ਅੱਗੇ ਆਪਾਂ ਸ਼ਬਦਾਂ ਦੇ ਵਿੱਚ ਨਖੇੜਾ ਕਰ ਦੇਣਾ, ਪਰ ਇਹ ਦ੍ਰਿੜ ਕਰ ਲਓ ਕਿ ਬਾਣੀ ਨੂੰ ਆਪ ਖੋਜਣਾ, ਆਪ ਮਿਹਨਤ ਕਰਨੀ ਹੈ। ਕੋਈ ਵੀ ਕੋਈ ਵਿਚਾਰ ਸਾਨੂੰ ਦੇ ਸਕਦਾ, ਕੋਈ ਸਾਨੂੰ ਰਸਤਾ ਦਿਖਾ ਸਕਦਾ। ਅਸੀਂ ਕਿਤੇ ਜਾਂਦੇ ਜੁੰਦੇ ਹੋਈਏ, ਅਸੀਂ ਪੁੱਛੀਏ ਵੀ ਆਹ ਫਲਾਣਾ ਐਡਰੈਸ ਹੈ, ਵੀ ਇੱਧਰ ਨੂੰ ਜਾਣਾ, ਅਗਲਾ ਕਹੂਗਾ ਸਿੱਧਾ ਜਾਓ, ਖੱਬੇ ਮੁੜ ਜਾਓ, ਸੱਜੋ। ਘਰ ਤੇ ਅਸੀਂ ਜਾ ਕੇ ਆਪ ਹੀ ਪਹੁੰਚਣਾ, ਆਪ ਹੀ ਬੂਹਾ ਖੜਕਾਉਣਾ, ਆਪ ਹੀ ਵੜਨਾ ਉਸ ਘਰ ਦੇ ਅੰਦਰ।